कैथोलिक कलीसिया की मसीही तालीम क्या है, जानेंगे इनको और भी करीब से। हमारा खास कार्यक्रम कैटेकिज्म ऑफ द कैथोलिक चर्च में। जय यीशु की अवश्य प्रार्थना करिए। प्रभु जी, ऐसी तेरी आराधना, तेरी वडियाई, तेरी महिमा करते हाँ। प्यारे प्रभु, अपनी रोशनी सानू प्रदान कर, ताकि जो कुछ भी प्रभु जी तू साढ़े ते प्रगट करता है ਉਹਨੂੰ ਸਹੀ ਤਰੀਕੇ ਦੇ ਨਾਲ ਅਸੀਂ ਸਵੀਕਾਰ ਕਰ ਸਕੀਏ, ਸਮਝ ਸਕੀਏ ਅਤੇ ਉਹਦੇ ਮੁਤਾਬਿਕ ਸਾਡੀ ਜ਼ਿੰਦਗੀ ਨੂੰ ਅਸੀਂ ਅੱਗੇ ਲੈ ਚੱਲੀਏ। ਅਸੀਂ ਇਹ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਉਸ ਵਿੱਚ ਪਿਆਰਿਓ, ਅਸੀਂ ਇਹ ਵੇਖ ਰਿਹਾ ਸੀ ਕਿ ਪਰਮੇਸ਼ਵਰ ਨੇ ਆਪਣੇ ਆਪ ਨੂੰ ਪ੍ਰਗਟ ਕਰਦੇ, ਇਹ ਇੱਕ ਇਤਿਹਾਸ ਹੈ। ਹੌਲੀ 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 ਉਹ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਅਤੇ ਉਸ ਦੀ ਪ੍ਰਗਟਾਵਾ ਦੇ ਵਿੱਚ ਐਸਾ ਸਮਾਂ ਆ ਗਿਆ ਜਦੋਂ ਉਸਨੇ ਆਪਣਾ ਨਾਮ ਮੂਸਾ ਨੂੰ ਪ੍ਰਗਟ ਕੀਤਾ ਹੈ। ਅਤੇ ਪ੍ਰਭੂ ਨੇ ਕਿਹਾ, ਮੈਂ ਤੁਹਾਡੇ ਪੁਰਖਿਆਂ ਦਾ ਪਰਮੇਸ਼ਵਰ ਹਾਂ ਅਤੇ ਮੈਂ ਤੁਹਾਡੇ ਨਾਲ ਹੋਵਾਂਗਾ। ਤਾਂ ਇਹ ਬਹੁਤ ਭਰੋਸਾ ਦਿਵਾਉਣ ਵਾਲੀ ਗੱਲ ਹੈ। ਮਤਲਬ ਮੈਂ ਕੋਈ ਨਵਾਂ ਕੋਈ ਨਹੀਂ ਹੈ। ਮੂਸਾ ਮਿਸਰ ਵਿੱਚੋਂ ਭੱਜ ਕੇ ਆਇਆ ਹੈ ਇੱਧਰ। ਯਾਕੂਬ ਦੀ ਮੌਤ ਉੱਥੇ ਹੋਇਆ ਅਤੇ ਯਾਕੂਬ ਨੇ ਕਿਹਾ ਸੀ ਕਿ ਜਦੋਂ ਪ੍ਰਭੂ ਤੁਹਾਨੂੰ ਲੈ ਜਾਵੇਗਾ, ਕਿਉਂਕਿ ਪਰਮੇਸ਼ਵਰ ਨੇ ਯਾਕੂਬ ਨੂੰ ਇਹ ਪ੍ਰਗਟ ਕੀਤਾ ਸੀ ਕਿ 400 ਸਾਲ ਬਾਅਦ ਤੇਰੇ ਬੱਚਿਆਂ ਨੂੰ ਮੈਂ ਲੈ ਕੇ ਜਾਵਾਂਗਾ ਮਿਸਰ ਦੇਸ਼ ਵਿੱਚੋਂ। ਤਾਂ ਉਸ 400 ਸਾਲ ਪੂਰਾ ਹੋਣ ਤੋਂ ਬਾਅਦ ਹੀ ਪ੍ਰਭੂ ਦੁਬਾਰਾ ਇਸਰਾਏਲੀਆਂ ਦੇ ਉੱਤੇ ਦਰਸ਼ਨ ਕਰਨ ਲਈ ਆਏਂਗੇ। ਅਤੇ ਜਦੋਂ ਉਹ ਆਪਣੇ ਆਪ ਨੂੰ ਉਸ ਉੱਤੇ ਪ੍ਰਗਟ ਕਰਦਾ ਹੈ, ਮੂਸਾ ਨੂੰ ਦੱਸਦਾ ਹੈ, ਮੈਂ ਤੇਰੇ ਪੁਰਖਿਆਂ ਦੀ ਪਿਤਾ परमेश्वर ਹਾਂ, अब्राहम, इसहाक ਅਤੇ याकूब। इसका मतलब ये भी है, ये परमेश्वर जो है ये वफादारी ਵਿੱਚ ਚੱਲਣ ਵਾਲਾ परमेश्वर ਹੈ। तो जो ਵਾਅਦਾ ਅਬਰਾਹਮ ਦੇ ਨਾਲ ਕੀਤਾ ਉਹ ਭੁੱਲਦਾ ਨਹੀਂ ਕਿ ਅਬਰਾਹਮ ਮਰ ਗਿਆ ਤੇ ਉਹਨੂੰ ਭੁੱਲ ਜਾਈਏ। ਇਸਹਾਕ ਮਰ ਗਿਆ ਤੇ ਭੁੱਲ ਜਾਈਏ। ਯਾਕੂਬ ਮਰ ਗਿਆ, ਉਸ ਤੋਂ ਬਾਅਦ ਹੁਣ 400 ਸਾਲ ਹੋ ਗਿਆ ਤਾਂ ਹੁਣ ਭੁੱਲ ਗਏ। ਪਰਮੇਸ਼ਵਰ ਕੁਛ ਭੁੱਲਦਾ ਨਹੀਂ। ਇਹਦੇ ਬਾਰੇ ਸੰਤ ਪਤਰਸ ਸਾਨੂੰ ਬਾਅਦ 'ਚ ਦੱਸਣਗੇ, ਪ੍ਰਭੂ ਦੇ ਲਈ 1000 ਸਾਲ ਤੇ ਇੱਕ ਦਿਨ ਬਰਾਬਰ ਹੈ। ਅਤੇ ਜਦੋਂ ਉਸਨੇ ਆਪਣਾ ਨਾਮ ਜਦੋਂ ਪ੍ਰਗਟ ਕਰਦਾ ਹੈ, ਇਹ ਵੀ ਉਹ ਸਾਨੂੰ ਸਮਝਾਉਂਦਾ ਹੈ ਕਿ ਉਹ ਹਮੇਸ਼ਾ ਨਾ ਬਦਲਣ ਵਾਲੇ ਪਰਮੇਸ਼ਵਰ ਹਮੇਸ਼ਾ ਉਸੇ ਤਰ੍ਹਾਂ ਹੀ ਰਹਿੰਦਾ ਹੈ। ਇਸੇ ਕਰਕੇ ਅਸੀਂ ਯਾਦ ਕਰੀਏ, ਜਦੋਂ ਪ੍ਰਭੂ ਨੇ ਯਹੂਦੀਆਂ ਦੇ ਨਾਲ ਬਹਿਸ ਕਰਦਾ ਸੀ ਪੁਨਰੁੱਥਾਨ ਦੇ ਬਾਰੇ, ਉਸ ਵੇਲੇ ਪ੍ਰਭੂ ਨੇ ਕਿਹਾ, ਪਰਮੇਸ਼ਵਰ ਜੀਉਂਦਿਆਂ ਦਾ ਪਰਮੇਸ਼ਵਰ ਹੈ, ਅਬਰਾਹਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ਵਰ ਹੈ। ਤਾਂ ਅਬਰਾਹਮ, ਇਸਹਾਕ ਅਤੇ ਯਾਕੂਬ ਵੀ ਮਰਾ ਨਹੀਂ ਹੈ, ਜਿੰਦਾ ਹੈ। ਕਿਹਦੇ ਸਾਹਮਣੇ? ਪਰਮੇਸ਼ਵਰ ਦੇ ਸਾਹਮਣੇ। ਇਨਸਾਨ ਦੇ ਸਾਹਮਣੇ ਉਹ ਤਾਂ ਮਰਾ ਹੈ, ਪਰ ਖੁਦਾ ਦੇ ਸਾਹਮਣੇ ਉਹ ਜਿੰਦਾ ਹੈ ਅਤੇ ਉਹ ਜਿਉਂਦਿਆਂ ਦਾ ਖੁਦਾ ਹੈ। ਤਾਂ ਮਰੇ ਹੋਏ ਲੋਕ ਜੋ ਪਰਮੇਸ਼ਵਰ ਦੇ ਸਾਹਮਣੇ ਨਹੀਂ ਹੈ, ਖਤਮ ਹੋ ਗਿਆ, ਉਹੀ ਹੈ। ਤਾਂ ਪਰਮੇਸ਼ਵਰ ਹਮੇਸ਼ਾ ਜਿੰਦਾ ਰਹਿਣ ਵਾਲਾ ਪਰਮੇਸ਼ਵਰ ਹੈ। ਤਾਂ ਵਫਾਦਾਰੀ ਦੇ ਵਿੱਚ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਾਲਾ। ਇਸੇ ਤਰ੍ਹਾਂ ਦਾ ਇੱਕ ਪਰਮੇਸ਼ਵਰ ਜਦੋਂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ, ਇਹ ਸਾਨੂੰ ਇਹ ਦੱਸਦਾ ਹੈ ਕਿ ਉਹ ਕਦੀ ਸਾਨੂੰ ਛੱਡੇਗਾ ਨਹੀਂ, ਸਾਨੂੰ ਬਚਾਉਣ ਲਈ ਸਾਡੇ ਨਾਲ ਚੱਲਣਗੇ। ਹੋ ਸਕਦਾ ਹੈ ਕਿ ਕੁਝ ਸਮੇਂ ਅਸੀਂ ਉਹਦੇ ਵੱਲ ਧਿਆਨ ਨਹੀਂ ਦਿੱਤਾ ਕਿ ਸਾਨੂੰ ਬਹੁਤ ਮੁਸੀਬਤਾਂ ਆਉਂਦਾ ਹੈ, ਪਰ ਜਦੋਂ ਅਸੀਂ ਉਹਨੂੰ ਪੁਕਾਰਨਾ ਸ਼ੁਰੂ ਕਰਨਗੇ, ਉਹ ਸਾਡੀ ਬਚਾਅ ਦੇ ਲਈ ਆਉਣਗੇ। ਮੈਂ ਇਸਰਾਏਲੀਆਂ ਦੀ ਰੋਣੇ ਦੀ ਆਵਾਜ਼ ਸੁਣ ਗਏ ਹਾਂ। ਤਾਂ ਜਦੋਂ ਤੱਕ ਉਹ ਰੋਇਆ ਨਹੀਂ ਹੈ, ਪਰਮੇਸ਼ਵਰ ਦੇ ਨੂੰ ਪੁਕਾਰੀ, ਰੋਣ ਦਾ ਮਤਲਬ, ਇਹ ਪ੍ਰਭਾ ਮੈਨੂੰ ਬਚਾਓ, ਸਾਨੂੰ ਬਚਾਓ, ਸਾਨੂੰ ਤੰਗ ਆ ਗਿਆ ਹੈ, ਸਾਡੀ ਇਹ ਹਾਲਤ ਇੰਨਾ ਬੁਰਾ ਹੈ ਕਿ ਸਾਨੂੰ ਇਸ ਤੋਂ ਬਚਾਓ। ਤਾਂ ਪਰਮੇਸ਼ਵਰ ਆਪਣਾ ਜੋ ਸੁਭਾਅ ਜੋ ਪ੍ਰਗਟ ਕਰਦਾ ਹੈ, ਆਪਣੇ ਸੁਭਾਅ ਉੱਤੇ ਹੀ ਇਨਸਾਨ ਨੂੰ ਵੀ ਬਣਾਇਆ ਹੈ। ਇਹਦੇ ਵਿੱਚ ਇੱਕ ਬਹੁਤ ਵੱਡੀ ਖੂਬੀ ਇਹੀ ਹੈ ਕਿ ਉਹ ਸਾਨੂੰ ਆਜ਼ਾਦੀ ਦਿੱਤਾ ਹੈ। ਮਤਲਬ ਉਹ ਜ਼ਬਰਦਸਤੀ ਕੋਈ ਕੰਮ ਨਹੀਂ ਕਰਵਾਏਗਾ।
ਜਦੋਂ ਤੱਕ ਤੁਸੀਂ ਆਪਣੇ ਸਾਰੇ ਦਿਲ ਦੇ ਨਾਲ ਉਹਨੂੰ ਪੁਕਾਰਦਾ ਨਹੀਂ, ਉਹ ਤੁਹਾਡੀ ਮਦਦ ਲਈ ਨਹੀਂ ਆਉਂਦਾ ਹੈ। ਇਸका मतलब ਇਹ ਵੀ ਹੈ ਕਿ ਜੋ ਤੁਸੀਂ ਖੁਦ ਕਰ ਸਕਦਾ ਹੈ, ਉਹਦੇ ਵਿੱਚ ਖੁਦਾ ਤੁਹਾਡੀ ਮਦਦ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਖੁਦ ਕਰਨ ਲਈ ਤੁਹਾਨੂੰ ਸ਼ਕਤੀ ਦਿੱਤਾ ਹੈ, ਉਹ ਵੀ ਉਹਨੇ ਦਿੱਤਾ ਹੈ, ਉਹਨੂੰ ਇਸਤੇਮਾਲ ਕਰਨ ਲਈ ਦਿੱਤਾ ਹੈ। ਤੁਹਾਨੂੰ ਬੁੱਧੀ ਦਿੱਤਾ ਹੈ, ਇਸ ਬੁੱਧੀ ਨੂੰ ਇਸਤੇਮਾਲ ਕਰਨ ਲਈ ਦਿੱਤਾ ਹੈ, ਤੇ ਤੁਸੀਂ ਇਹਨੂੰ ਇਸਤੇਮਾਲ ਹੀ ਨਹੀਂ ਕਰਦਾ ਹੈ ਤਾਂ ਜੰਗਾਲ ਲੱਗ ਜਾਏਗਾ, ਚੱਲਦਾ ਨਹੀਂ, ਸਹੀ ਸੋਚਦਾ ਨਹੀਂ, ਤੇ ਉਸ ਪਰਮੇਸ਼ਵਰ ਨੂੰ ਕਿੱਦਾਂ ਜਾਣੋਗੇ? ਨਹੀਂ ਜਾਣ ਸਕਣਗੇ। ਤਾਂ ਪਰਮੇਸ਼ਵਰ ਉੱਤੇ ਵਿਸ਼ਵਾਸ ਰੱਖਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਦੇ ਬਾਰੇ ਕੁਝ ਵੀ ਨਹੀਂ ਜਾਣ ਸਕਦੇ। ਬਹੁਤ ਕੁਝ ਅਸੀਂ ਉਹਦੇ ਬਾਰੇ ਜਾਣ ਸਕਦੇ ਹਾਂ, ਪਰ ਉਸ ਨੂੰ ਉਸ ਦੀ ਪੂਰਨਤਾ ਦੇ ਵਿੱਚ ਅਸੀਂ ਸਮਝ ਨਹੀਂ ਪਾएंगे, ਕਿਉਂਕਿ ਅਸੀਂ ਅਧੂਰਾ, ਸਾਡੀ ਜੋ ਸੋਚ ਹੈ, ਸਮਝ ਹੈ, ਬੁੱਧੀ ਹੈ, ਇਹ ਪਰਮੇਸ਼ਵਰ ਦੇ ਨਾਲ ਅਸੀਂ ਤੁਲਨਾ ਨਹੀਂ ਕਰ ਸਕਦਾ ਹੈ। ਇਹੀ ਹਾਲਤ मूसा अनुभव करता है। मूसा समझता है कि जेकर प्रभु ने मेरे उत्ते अपने आप ਨੂੰ ਪ੍ਰਗਟ ਕੀਤਾ ਹੈ तो मैं तो मर गया। परमेश्वर ਉਹਨੂੰ ਬੋਲੇਗਾ ਜਿਸ ਜਗ੍ਹਾ ਵਿੱਚ ਤੂੰ ਖੜਾ ਹੈ ਉਹ ਪਵਿੱਤਰ ਹੈ, ਅਤੇ ਉਸਨੇ ਆਪਣੇ ਜੁੱਤੀ ਪਰੇ ਰੱਖਣ ਦੇ ਲਈ ਕਹਿੰਦਾ ਹੈ ਇਹ ਪਵਿੱਤਰ ਥਾਂ ਹੈ। ਪਰਮੇਸ਼ਵਰ ਦੀ ਮੌਜੂਦਗੀ ਉੱਥੇ ਹੈ, ਤੇ ਪਰਮੇਸ਼ਵਰ ਦੇ ਮੌਜੂਦਗੀ ਦੇ ਵਿੱਚ ਇਨਸਾਨ ਡਰ ਜਾਂਦਾ ਹੈ। कैसे डरता है? अपने आप ਦੇ ਵਿੱਚ ਸਮਝ ਆਉਂਦਾ ਹੈ ਕਿ ਮੈਂ ਕੁਝ ਵੀ ਨਹੀਂ ਹਾਂ ਇਸ ਪਰਮੇਸ਼ਵਰ ਦੇ ਸਾਹਮਣੇ, ਮੈਂ ਕੀ ਹਾਂ। ਅਸੀਂ ਇਹ ਵੇਖਦਾ ਹੈ ਐਸਾਇਆ ਨਬੀ ਨੂੰ ਜਦੋਂ ਦਰਸ਼ਨ ਮਿਲਦਾ ਹੈ, ਉਹ ਕਹੇਗਾ ਤੇ ਇਹ ਤਾਂ ਮੈਂ ਮਰ ਗਿਆ, ਮੈਂ ਪ੍ਰਭੂ ਦਾ ਦਰਸ਼ਨ ਵੇਖਿਆ ਹੈ। ਇਸੇ ਤਰ੍ਹਾਂ ਗਿਦਿਓਨ, ਪਤਰਸ, ਜਦੋਂ ਪ੍ਰਭੂ ਯੀਸ਼ੂ ਆਪਣੀ ਦੇਵੀ ਸ਼ਕਤੀ ਉਸ ਉੱਤੇ ਪ੍ਰਗਟ ਕਰਦਾ ਹੈ, ਪਤਰਸ ਪ੍ਰਭੂ ਯੀਸ਼ੂ ਮਸੀਹ ਨੂੰ ਆਪਣੇ ਬੇੜੀ ਦੇ ਵਿੱਚ ਮੱਛੀ ਫੜਨ ਦੇ ਲਈ ਲੈ ਕੇ ਗਿਆ। ਪ੍ਰਭੂ ਨੇ ਕਿਹਾ ਸੱਜੇ ਪਾਸੇ ਪਾਓ, ਤੇ ਉਹਨੇ ਡਾਲ ਦਿਆ। ਉਹਨੂੰ ਪਤਾ ਸੀ ਸਾਰੀ ਰਾਤ ਅਸੀਂ ਮਿਹਨਤ ਕੀਤਾ, ਕੁਛ ਵੀ ਨਹੀਂ ਮਿਲਿਆ ਨਹੀਂ। तो उसके कहने पर जो डाला वो इना मछली उन्होंने मिलिया है कि पतरस डर गया। डरन का मतलब वो अपना छोटापन उन्होंने समझ में आ गया है। ये सामने मैं कुछ भी नहीं हाँ। ਅਤੇ ਇਹ ਛੋਟਾਪਨ ਦੇ ਵਿੱਚ ਸਭ ਤੋਂ ਜ਼ਿਆਦਾ ਸਮਝਣ ਵਾਲੀ ਗੱਲ ਇਹ ਹੈ, ਪ੍ਰਭੂ ਮੈਂ ਤਾਂ ਪਾਪੀ ਹਾਂ। ਪਰਮੇਸ਼ਵਰ ਦੇ ਸਾਹਮਣੇ, ਉਸ ਦੀ ਪਵਿੱਤਰਤਾ ਦੇ ਸਾਹਮਣੇ ਇਨਸਾਨ ਦੇ ਵਿੱਚ ਕੋਈ ਪਵਿੱਤਰਤਾ ਨਹੀਂ ਹੈ। ਪਰਮੇਸ਼ਵਰ ਦੀ ਪਵਿੱਤਰਤਾ ਦੇ ਸਾਹਮਣੇ ਸੰਤ ਲੋਕ ਵੀ ਅਪਵਿੱਤਰ ਹੈ ਕਹਿੰਦਾ ਹੈ। ਇਸੇ ਕਰਕੇ ਸੰਤ ਲੋਕ ਹਰ ਰੋਜ਼ ਕਿੰਨੇ ਜਿੰਨੇ ਵਾਰੀ ਹੋ ਸਕਤੇ ਮਾਫੀ ਮੰਗ ਕੇ ਇਤਰਾਫ ਕਰਨ ਦੇ ਲਈ ਉਹ ਕੋਸ਼ਿਸ਼ ਕਰਦਾ ਸੀ, ਕਿਉਂਕਿ ਜਿਤਨਾ ਜ਼ਿਆਦਾ ਅਸੀਂ ਪ੍ਰਭੂ ਦੇ ਨਜ਼ਦੀਕ ਹੋਵਾਂਗੇ ਉਤਨਾ ਜ਼ਿਆਦਾ ਸਾਡੀ ਅਸਲੀ ਹਾਲਤ ਸਾਨੂੰ ਪਤਾ ਲੱਗੇਗਾ। ਨਹੀਂ ਹੈ ਤਾਂ ਅਸੀਂ ਵਧੀਆ ਕੱਪੜਾ ਪਹਿਨ ਕੇ ਕਹਾਂਗੇ ਕਿ ਅਸੀਂ ਬਹੁਤ ਸੁੰਦਰ ਹਾਂ, ਅਸੀਂ ਬਹੁਤ ਅੱਛਾ ਹਾਂ, ਸੋਚਦਾ ਹੈ। ਪਰ ਜਦੋਂ ਸੱਚਾਈ ਦੇ ਸਾਹਮਣੇ ਆਉਣਗੇ ਸਾਡੇ ਅੰਦਰਲੀਆਂ ਸਾਰੀਆਂ ਗੱਲਾਂ ਬਾਹਰ ਆਵੇਗਾ, ਅਸੀਂ ਉਹਦੇ ਸਾਹਮਣੇ ਖਲੋ ਨਹੀਂ ਸਕਣਗੇ। ਅਤੇ ਇਸੇ ਕਰਕੇ ਪਛਤਾਉਂਦਾ ਹੈ, ਮਾਫੀ ਮੰਗਦਾ ਹੈ, ਪ੍ਰਭੂ ਜੀ ਮੈਂ ਪਾਪੀ ਹਾਂ। ਤਾਂ ਪਤਰਸ ਕਹਿੰਦਾ ਪ੍ਰਭੂ ਜੀ ਮੇਰੇ ਕੋਲੋਂ ਦੂਰ ਚਲੇ ਜਾਵੋ, ਕਿਉਂਕਿ ਮੈਂ ਪਾਪੀ ਇਨਸਾਨ ਹਾਂ। ਤੇ ਪ੍ਰਭੂ ਯੀਸ਼ੂ ਕਹਿੰਦਾ ਹੈ ਤੂੰ ਡਰੋ ਨਹੀਂ, ਮੈਂ ਤੈਨੂੰ ਇਨਸਾਨ ਨੂੰ ਪਕੜਨ ਵਾਲਾ ਬਣਾਵਾਂਗਾ। ਤਾਂ ਪੁਰਾਣੇ ਸਮੇਂ ਵਿੱਚ ਜਦੋਂ ਪ੍ਰਭੂ ਨੇ ਯਾਹਵੇ ਦੇ ਨਾਮ ਦੇ ਵਿੱਚ ਪ੍ਰਗਟ ਕਰਕੇ ਜਦੋਂ ਇਸਰਾਏਲੀਆਂ ਦੇ ਕੋਲ ਆਇਆ, ਉਸ ਵੇਲੇ ਐਸਾ ਹੋਇਆ ਕਿ ਮੂਸਾ ਡਰਦੇ ਮਾਰੇ ਤੋਂ ਪ੍ਰਭੂ ਨੂੰ ਮਿਲਣ ਲਈ ਜਦੋਂ ਜਾਂਦਾ ਹੈ ਮੂੰਹ ਢੱਕ ਕੇ ਜਾਂਦਾ ਹੈ, ਪਰਮੇਸ਼ਵਰ ਨੂੰ ਮਿਲ ਨਹੀਂ ਸਕਦੇ। ਪਰ ਹੁਣ ਪਰਮੇਸ਼ਵਰ ਆਪਣੀ ਮਹਾਨਤਾ ਜਾਂ ਮਹੱਤਵ, ਉਸਦੇ ਤੇਜ ਨੂੰ ਛੁਪਾ ਕੇ ਇਨਸਾਨ ਕੋਲ ਆਉਂਦਾ ਹੈ। ਤੇ ਪਰਮੇਸ਼ਵਰ ਆਪਣੇ ਤੇਜ ਦੇ ਵਿੱਚ ਸਾਡੇ ਕੋਲ ਆਏਗਾ ਤਾਂ ਅਸੀਂ ਉਹਦੇ ਸਾਹਮਣੇ ਖਲੋ ਨਹੀਂ ਸਕਣਗੇ। ਪਰ ਜਦੋਂ ਪਰਮੇਸ਼ਵਰ ਨੇ ਆਪਣੇ ਤੇਜ ਨੂੰ ਛੁਪਾ ਕੇ ਜਦੋਂ ਇਨਸਾਨ ਕੋਲ ਆਇਆ ਤਾਂ ਇਨਸਾਨ ਕੀ ਕਰਦਾ ਹੈ? ਇਨਸਾਨ ਉਸ ਪਰਮੇਸ਼ਵਰ ਨੂੰ ਨਾ ਚੀਜ਼ ਸਮਝ ਕੇ ਉਹਨੂੰ ਸੁੱਟਣ ਦੇ ਲਈ ਤਿਆਰ ਹੁੰਦਾ ਹੈ।
ਇਸੇ ਕਰਕੇ ਮਸੀਹਾ ਜਦੋਂ ਆਇਆ ਉਹਨੂੰ ਨਾਚੀਜ਼ ਸਮਝ ਕੇ ਸੂਲੀ ਉੱਤੇ ਮਾਰਨ ਲਈ ਦਿੱਤਾ ਹੈ। ਉਸ ਦੀ ਤੇਜਸਵੀ ਰੂਪ ਪਤਰਸ, ਯਾਕੂਬ ਅਤੇ ਯੂਹੰਨਾ ਨੇ ਵੇਖਿਆ ਸੀ ਪਹਾੜ ਤੇ, ਪਰ ਕਿਸੇ ਨੂੰ ਇਹਦਾ ਪਤਾ ਨਹੀਂ, ਕਿਉਂਕਿ ਉਸ ਦਾ ਤੇਜ ਗੁਪਤ ਹੈ। ਇਸੇ ਕਰਕੇ ਇਨਸਾਨ ਉਸ ਨੂੰ ਜੋ ਆਦਰ, ਪਿਆਰ, ਭਗਤੀ, ਆਰਾਧਨਾ ਜੋ ਪਰਮੇਸ਼ਰ ਦਾ ਬਣਦਾ ਹੈ ਉਹ ਦਿੰਦਾ ਨਹੀਂ। तो शुरू ਵਿੱਚ ਕਿਹਾ ਇਸਰਾਏਲੀਆਂ ਦੇ ਸਾਹਮਣੇ ਪਰਮੇਸ਼ਵਰ ਨੇ ਡਰ ਪੈਦਾ ਕੀਤਾ ਕਿ ਉਹਨੂੰ ਸਮਝ ਆਏ ਕਿ ਮੈਂ ਪਰਮੇਸ਼ਵਰ ਹਾਂ, ਮੈਂ ਖੁਦਾ ਹਾਂ। ਪਰ ਹੌਲੀ ਹੌਲੀ ਜਦੋਂ ਪੀੜ੍ਹੀ ਬਦਲ ਜਾਂਦਾ ਹੈ ਉਹ ਫਿਰ ਇਹ ਸਾਰੀਆਂ ਗੱਲਾਂ ਭੁੱਲ ਜਾਂਦਾ ਹੈ ਤੇ ਫਿਰ ਗਲਤ ਰਾਹ 'ਤੇ ਚੱਲਣਾ ਸ਼ੁਰੂ ਕਰਦਾ ਹੈ। ਤਾਂ ਸਾਡੇ ਆਪਣੇ ਜ਼ਿੰਦਗੀ ਦੇ ਵਿੱਚ ਵੀ ਅਸੀਂ ਇਹ ਸਮਝਣਾ ਹੈ, ਜਿਤਨੇ ਅਸੀਂ ਆਗੇ ਪ੍ਰਭੂ ਵੱਲ ਨਜ਼ਦੀਕ ਪਹੁੰਚੇਗਾ ਸਾਡੇ ਵਿੱਚ ਇਹ ਹਲੀਮੀ ਦਾ ਭਾਵ ਆਵੇਗਾ। ਇਹ ਗਲਤ ਹੈ ਜੋ ਪ੍ਰਭੂ ਦੇ ਨਾਲ ਨਜ਼ਦੀਕ ਕਹਿ ਕੇ ਆਪਣੇ ਆਪ ਨੂੰ ਜ਼ਿਆਦਾ ਸ਼ੋਰ ਮਚਾਉਣ ਦਾ, ਇਹ ਗਲਤ ਹੈ। ਪਰਮੇਸ਼ਵਰ ਦੇ ਕੋਲ ਜਿੰਨਾ ਨਜ਼ਦੀਕ ਇਨਸਾਨ ਹੈ ਉਤਨਾ ਉਹ ਆਪਣੇ ਆਪ ਨੂੰ ਹਲੀਮ ਬਣਾਏਗਾ। ਇਹ ਅਸਲੀਅਤ ਦਾ ਪਤਾ ਇਸ ਤੋਂ ਵੀ ਚੱਲ ਜਾਂਦਾ ਹੈ, ਮਤਲਬ ਕਿਤਨੇ ਪਖੰਡ ਦਾ ਹੈ ਇਹਦੇ ਵਿੱਚੋਂ ਪਤਾ ਚੱਲਦਾ ਹੈ ਕਿ ਜੋ ਆਪਣੇ ਆਪ ਨੂੰ ਖੁਦਾ ਨਾਲੋਂ ਵੱਡਾ ਬਣਾਉਣ ਦੇ ਲਈ ਜੋ ਕੋਸ਼ਿਸ਼ ਕਰਦਾ ਹੈ ਉਹ ਸਹੀ ਨਹੀਂ, ਉਹਦੇ ਵਿੱਚ ਪਖੰਡ ਦਾ ਹੈ। ਤਾਂ ਹਲੀਮ ਬਣਨਾ ਹੈ। ਪ੍ਰਭੂ ਦੇ ਸੇਵਾਦਾਰ ਪ੍ਰਭੂ ਯੀਸ਼ੂ ਦੀ ਤਰ੍ਹਾਂ ਹਲੀਮ, ਸ਼ਾਂਤ ਇਹ ਹੋਣਾ ਜ਼ਰੂਰੀ ਹੈ। ਅਸੀਂ परमेश्वर की मदद मांगी है। प्रभु का नाम इसी तरह का डराउन वाला नाम है, तो इजराइली लोगों ने की किया, उसका नाम भी पुकारना वो डरदा सी, इसी करके उन्होंने अदोनाई, कीरियोस, लॉर्ड, इसी तरह ही ग्रीक दे विच, इब्रानी विच अदोनाई इसी तरह कहता सी। तो यही गल जदों प्रभु यीशु मुर्दियां विचों जी उठणगे यही शब्द इस्तेमाल किए जाएंगे। जीसस इज लॉर्ड, कीरियोस इज लॉर्ड, मतलब सारा प्रभुत्व ਉਹਦੇ ਕੋਲ ਹੈ। ਅਸੀਂ ਉਸ ਨੂੰ ਮੰਨਦੇ ਹਾਂ, ਉਸਨੇ ਸਾਡੇ ਤੇ ਪ੍ਰਗਟ ਕੀਤਾ ਹੈ। ਉਸ ਦੀ ਉਹ ਪ੍ਰਗਟਾਵਾ ਪੂਰਨ ਤੌਰ ਤੇ ਆਉਣ ਲਈ ਦੇਖੋ ਕਿਤਨੇ ਸਦੀ, ਕਿਤਨੇ ਸਮੇਂ ਦੇ ਲੋਕਾਂ ਨੂੰ ਪਰਮੇਸ਼ਵਰ ਨੇ ਤਿਆਰ ਕੀਤਾ, ਹੌਲੀ ਹੌਲੀ ਉਹਨਾਂ ਨੂੰ ਸਮਝਾ ਕੇ। ਭਾਵੇਂ ਉਹਨੂੰ ਸਮਝ ਨਹੀਂ ਆਇਆ, ਪਰ ਉਹਦੀ ਯੋਜਨਾ ਦੇ ਮੁਤਾਬਿਕ ਪਰਮੇਸ਼ਵਰ ਨੇ ਜਦੋਂ ਸਮਾਂ ਪੂਰਾ ਹੋਇਆ ਉਹ ਆਪਣੀ ਸ਼ਾਨ ਨੂੰ ਛੱਡ ਕੇ, ਜਿਸ ਤਰ੍ਹਾਂ ਸੰਤ ਪੌਲਸ ਕਹੇਗਾ ਉਹ ਫਿਲਿੱਪੀਆਂ ਦੇ 2 ਬਾਬ ਦੇ ਵਿੱਚ ਕਹਿਣਗੇ, ਉਸਨੇ ਪਰਮੇਸ਼ਵਰ ਦੇ ਬਰਾਬਰੀ ਦਾ ਜੋ ਜਗ੍ਹਾ ਹੈ ਉਸਨੂੰ ਤਿਆਗ ਕੇ ਸਾਡੇ ਵਾਂਗ ਇੱਕ ਇਨਸਾਨ ਬਣਿਆ, ਸਾਡੇ ਨਾਲ ਰਹਿਣ ਦੇ ਲਈ, ਸਾਡੇ ਨਾਲ ਖੁਦਾ ਦੀਆਂ ਗੱਲਾਂ ਕਹਿਣ ਲਈ, ਕਿਉਂਕਿ ਇਸ ਤੋਂ ਬਗੈਰ ਅਸੀਂ ਕੁਝ ਨਹੀਂ ਸਮਝ ਪਾਏਂਗੇ। ਤੇ ਉਸਨੇ ਆ ਕੇ ਸਾਨੂੰ ਸਭ ਕੁਝ ਸਮਝਾਇਆ, ਖੁਦਾ ਬਾਪ ਦੇ ਬਾਰੇ, ਪਵਿੱਤਰ ਆਤਮਾ ਦੇ ਬਾਰੇ, ਪਾਕ ਤਸਲੀਸ ਖੁਦਾ ਦੇ ਬਾਰੇ, ਤ੍ਰਿਏਕ ਖੁਦਾ, ਤ੍ਰਿਤੁਕ ਦੇ ਬਾਰੇ ਉਸੀ ਨੇ ਹੀ ਸਾਡੇ ਤੇ ਪ੍ਰਗਟ ਕੀਤਾ ਹੈ। तो यीशु मसीह दे राही संपूर्ण प्रगटावा हो गया। तो पुराने समय ਦੇ ਵਿੱਚ ਇਸਰਾਏਲੀਆਂ ਨੂੰ ਪ੍ਰਭੂ ਨੇ ਜੋ ਪ੍ਰਗਟ ਕੀਤਾ ਹੈ, ਇਸ ਦਾ ਨਤੀਜਾ ਨਵੇਂ ਨੇਮ ਦੇ ਵਿੱਚ ਹੈ। ਅਸੀਂ ਉਸੇ ਪਰਮੇਸ਼ਵਰ ਦੇ ਖਾਮ ਜੋ ਪੁਰਾਣੇ ਸਮੇਂ ਤੋਂ ਆਪਣੇ ਆਪ ਨੂੰ ਪ੍ਰਗਟ ਕਰਦੇ ਆਇਆ, ਹੁਣ ਨਵਾਂ ਕੋਈ ਪਰਮੇਸ਼ਵਰ ਨਹੀਂ, ਨਵਾਂ ਕੋਈ ਖੁਦਾ ਨਹੀਂ, ਉਸੇ ਨੇ ਹੀ ਸਾਨੂੰ ਵੀ ਸੰਭਾਲਦਾ ਹੈ, क्योंकि वो हमेशा तीकर रहन वाला, ना बदलन वाला परमेश्वर है। मैं हाँ जो हाँ, हमेशा तीकर रहन वाला। असी प्रार्थना करिए कि परमेश्वर जो अपने आप नूं साडे ते प्रगट करता है, सानू भी ये हलीमी देवे कि असी समझ पाइए कि असी कितने छोटे हाँ ते कितना असी उस उत्ते निर्भर हाँ। ये गल समझना है। मैं क्या सी जितना इंसान
ਆਪਣੇ ਆਪ ਵਿੱਚ ਕਰ ਸਕਦਾ ਹੈ, ਉਹਦੇ ਵਿੱਚ ਪਰਮੇਸ਼ਰ ਉਹਦੇ ਕੋਲ ਨਹੀਂ ਆਵੇਗਾ। ਜੋ ਇਨਸਾਨ ਸੋਚਦਾ ਹੈ ਕਿ ਮੈਂ ਖੁਦ ਆ ਸਭ ਕੁਝ ਸਾਂਭ ਸਕਦਾ ਹਾਂ, ਉੱਥੇ ਫਿਰ ਪ੍ਰਭੂ ਦੀ ਮਦਦ ਨਹੀਂ ਹੈ। ਪਰ ਜੋ ਦਾਸ ਦਾਸੀ ਬਣਦਾ, ਜਿਸ ਤਰ੍ਹਾਂ ਕੁਆਰੀ ਮਰੀਮ ਨੇ, ਮਾਂ ਮਰੀਮ ਨੇ ਦੱਸਿਆ, ਮੈਂ ਪ੍ਰਭੂ ਦੀ ਦਾਸੀ ਹਾਂ ਤੇ ਮੇਰੇ ਕੋਲ ਕੁਝ ਵੀ ਨਹੀਂ ਹੈ, ਸਭ ਕੁਝ ਉਸੀ ਨੇ ਹੀ ਕੀਤਾ ਹੈ, ਮਹਾਨ ਹੈ ਉਸਦਾ ਨਾਮ। ਤਾਂ ਜੋ ਆਪਣੇ ਆਪ ਨੂੰ ਹਲੀਮ ਬਣਾ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਹਦੇ ਚਰਨਾਂ ਦੇ ਵਿੱਚ ਸਮਰਪਣ ਕਰਦਾ ਹੈ, ਉਹਨਾਂ ਦੀ ਮਦਦ ਲਈ ਪਰਮੇਸ਼ਵਰ ਹਰ ਵਕਤ ਹਾਜ਼ਰ ਹੁੰਦਾ ਹੈ। ਜੋ ਉਹਨੂੰ ਪੁਕਾਰਦਾ ਹੈ ਉਸ ਤੋਂ ਉਹ ਕਦੀ ਦੂਰ ਨਹੀਂ ਰਹੇਗਾ, ਉਸ ਦੇ ਨਜ਼ਦੀਕ ਰਹੇਗਾ। ਜੇ ਅਸੀਂ ਉਹਨੂੰ ਪੁਕਾਰਿਆ ਨਹੀਂ ਹੁਣ ਤੱਕ, ਅੱਜ ਇਸ ਵਕਤ ਉਹਨੂੰ ਪੁਕਾਰਨਾ। ਜਿਸ ਤਰ੍ਹਾਂ ਬਾਰਤੀਮੇਸ ਨੇ ਪੁਕਾਰਿਆ, ਦਾਊਦ ਦੇ ਪੁੱਤਰ ਮੇਰੇ ਤੇ ਦਇਆ ਕਰੋ। ਉਹ ਆਪਣੇ ਅੰਨ੍ਹੇਪਨ ਉਹ ਜਾਣਦਾ ਸੀ, ਉਹ ਮੈਨੂੰ ਠੀਕ ਕਰ ਸਕਦਾ ਹੈ। ਸਾਡੇ ਆਤਮਿਕ ਅੰਨਾਪਨ, ਅੰਧੇਰਾ, ਇਹਨੂੰ ਦੂਰ ਕਰਨ ਲਈ ਅਸੀਂ ਪੁਕਾਰਨਾ ਪੜੇਗਾ, ਪ੍ਰਭੂ ਦਾਊਦ ਦੇ ਪੁੱਤਰ ਮੇਰੇ ਤੇ ਦਇਆ ਕਰ। ਤੇ ਦਿਲ ਦੇ ਗਹਿਰਾਈ ਵਿੱਚੋਂ ਜੇ ਅਸੀਂ ਪ੍ਰਭੂ ਨੂੰ ਚਾਹੇਗਾ, ਪ੍ਰਭੂ ਉੱਠ ਕਰ ਸਾਡੇ ਕੋਲ ਆਵੇਗਾ, ਯਾਨੀ ਸਵਰਗ ਤੋਂ ਥੱਲੇ ਉਹ ਜਲਦੀ ਹੀ ਆਵੇਗਾ। ਜੋ ਕੋਈ ਵੀ ਉਹਨੂੰ ਪੁਕਾਰਦਾ ਹੈ ਉਹ ਉਸ ਦੇ ਕੋਲ ਆਵੇਗਾ। ਪ੍ਰਭੂ ਇਹ ਵੀ ਸਾਨੂੰ ਕਹਿੰਦਾ ਹੈ, ਪ੍ਰਕਾਸ਼ ਦੀ ਪੋਥੀ 3 ਬਾਬ ਦੀ 20 ਵਿੱਚ ਅਸੀਂ ਵੇਖਦਾ ਕਿ ਮੈਂ ਦਰਵਾਜ਼ੇ ਤੇ ਖੜਕਾਉਂਦਾ, ਤੂੰ ਮੈਨੂੰ ਪੁਕਾਰਦਾ ਨਹੀਂ, ਪਰ ਮੈਂ ਤੇਰੇ ਦਰਵਾਜ਼ੇ ਤੇ ਖੜਾ ਹਾਂ, ਜੇਕਰ ਤੂੰ ਮੈਨੂੰ ਪੁਕਾਰੇਗਾ ਤਾਂ ਮੈਂ ਉਸੇ ਘੜੀ ਤੇਰੇ ਕੋਲ ਆਵਾਂਗਾ। ਪਰ ਤੂੰ ਪੁਕਾਰਦਾ ਨਹੀਂ ਹੈ, ਪਰ ਉਸ ਦੇ ਇੰਤਜ਼ਾਰ ਦੇ ਵਿੱਚ ਪ੍ਰਭੂ ਖੜੇ ਰਹਿੰਦੇ ਆ। ਅਸੀਂ ਆਪਣੇ ਆਪ ਵਿੱਚ ਸੋਚਦਾ ਹੈ ਕਿ ਸਾਨੂੰ ਕੀ ਲੋੜ ਹੈ, ਜਾਂ ਅਸੀਂ ਤਦ ਉਹਨੂੰ ਯਾਦ ਕਰਦਾ ਹੈ ਜਦੋਂ ਸਾਨੂੰ ਬਹੁਤ ਹੀ ਜ਼ਰੂਰਤ ਪੈਂਦਾ ਹੈ। ਉਤਨੇ ਦੇਰ ਤੱਕ ਅਸੀਂ ਪੁਕਾਰਦਾ ਨਹੀਂ ਉਹਨੂੰ। ਤੇ ਪ੍ਰਭੂ ਚਾਹੁੰਦਾ ਹੈ ਕਿ ਅਸੀਂ ਹਰ ਵੇਲੇ ਉਹਨੂੰ ਪੁਕਾਰੀਏ, ਅਤੇ ਜੋ ਕੁਝ ਅਸੀਂ ਕਰਦਾ ਹੈ ਉਸ ਦੀ ਮਦਦ ਨਾਲ ਕਰੀਏ। ਉਹ ਸਾਨੂੰ ਕਾਬਿਲ ਬਣਾਏਗਾ ਸਭ ਕੁਝ ਕਰਨ ਲਈ, ਪਰ ਉਸ ਦੇ ਨਾਲ ਮਿਲ ਕੇ ਕਰਨਾ ਇਹ ਵੱਖਰੀ ਚੀਜ਼ ਹੈ। ਉਸ ਨੂੰ ਪਰਾ ਰੱਖੇ ਕਰਨਾ ਤੇ ਉਹਦੇ ਨਾਲ ਕਰਨਾ, ਇਹਦੇ ਵਿੱਚ ਬਹੁਤ ਅੰਤਰ ਹੈ। ਤੇ ਸਾਡੀ ਜ਼ਿੰਦਗੀ, ਸਾਡੇ ਹਰ ਕੰਮ, ਸਾਡੀ ਹਰ ਗੱਲ, ਇਹ ਸਭ ਪ੍ਰਭੂ ਯੀਸ਼ੂ ਦੇ ਵਿੱਚ ਹੋਣਾ, ਖੁਦਾ ਦੇ ਵਿੱਚ ਹੋਣਾ ਚਾਹੀਦਾ। ਉਸੇ ਦੇ ਲਈ ਆਤਮਾ ਸਾਨੂੰ ਅਭਿਸ਼ੇਕ ਕਰਦਾ ਹੈ, ਆਤਮਾ ਆਪਣੀ ਸ਼ਕਤੀ ਨਾਲ ਸਾਨੂੰ ਭਰ ਦਿੰਦਾ ਹੈ। ਅੱਜ ਅਸੀਂ ਪ੍ਰਾਰਥਨਾ ਕਰੀਏ ਕਿ ਪਰਮੇਸ਼ਰ ਨੇ, ਪ੍ਰਭੂ ਨੇ ਸਾਡੇ ਤੇ ਜੋ ਪ੍ਰਗਟ ਕੀਤਾ ਹੈ, ਉਸ ਦੇ ਵਿੱਚ ਅਸੀਂ ਸਮਝਣ ਵਾਲੀ ਗੱਲ ਇਹ ਹੈ ਕਿ ਅਸੀਂ ਕਿੰਨਾ ਛੋਟੇ ਹਾਂ, ਅਸੀਂ ਕਿਤਨੇ ਭਾਵੀ ਲੋਕ ਹਾਂ। ਸਾਡੇ ਵਿੱਚ ਕੁਝ ਵੀ ਨਹੀਂ ਹੈ, ਖੁਦਾ ਦੇ ਸਾਹਮਣੇ ਅਸੀਂ ਕੁਝ ਵੀ ਨਹੀਂ ਹੈ। ਇਸ ਗੱਲ ਨੂੰ ਸਵੀਕਾਰ ਕਰਕੇ ਉਸ ਨੂੰ ਪੁਕਾਰਨਾ, ਪ੍ਰਭੂ ਜੀ ਮੇਰੇ ਕੋਲ ਆਓ। ਜੇਕਰ ਪ੍ਰਭੂ ਮੇਰੇ ਕੋਲ ਆਵੇਗਾ ਮੈਂ ਸੰਪੰਨ ਹੋ ਜਾਵਾਂਗਾ, ਜੇਕਰ ਪ੍ਰਭੂ ਮੇਰੇ ਕੋਲ ਨਹੀਂ ਹੈ ਮੇਰੇ ਕੋਲ ਕੁਝ ਵੀ ਨਹੀਂ ਹੈ। ਪ੍ਰਾਰਥਨਾ ਕਰੀਏ। ਪ੍ਰਭੂ ਜੀ ਅਸੀਂ ਤੇਰਾ ਧੰਨਵਾਦ, ਤੇਰੀ ਵਡਿਆਈ ਕਰਦੇ ਹਾਂ। ਤੂੰ ਦਿਆਲੂ ਅਤੇ ਮਿਹਰਬਾਨ ਖੁਦਾ ਸਾਡੇ ਤੇ ਮਿਹਰ ਕਰਦਾ ਹੈ। ਅਸੀਂ ਤੈਨੂੰ ਪੁਕਾਰਦੇ ਹਾਂ। ਅਸੀਂ ਸਮਝਦੇ ਹਾਂ ਕਿ ਸਾਡੇ ਕੋਲ ਕੁਝ ਵੀ ਨਹੀਂ ਹੈ, ਜੋ ਤੇਰੇ ਕੋਲੋਂ ਸਾਡੇ ਕੋਲ ਨਹੀਂ ਆਇਆ ਹੈ। ਸਭ ਕੁਝ ਤੇਰਾ ਦਾਨ ਹੈ, ਪਰ ਇਸ ਨੂੰ ਸਵੀਕਾਰ ਕਰਕੇ ਸਭ ਤੇਰੇ ਚਰਨਾਂ ਵਿੱਚ ਸੌਂਪਣ ਦੇ ਲਈ ਪ੍ਰਭੂ ਜੀ ਸਾਨੂੰ ਹਿੰਮਤ ਪ੍ਰਦਾਨ ਕਰ। ਸਾਡੇ ਘਰ, ਮਕਾਨ, ਪਰਿਵਾਰ, ਨੌਕਰੀ, ਬੱਚੇ, ਪਰਿਵਾਰਿਕ ਜੀਵਨ, ਸਭ ਕੁਝ ਤੇਰਾ ਹੀ ਦਾਨ ਹੈ। ਅਸੀਂ ਉਹਦੇ ਲਈ ਤੇਰਾ ਧੰਨਵਾਦ, ਸ਼ੁਕਰ ਕਰਦੇ ਹਾਂ। ਸਾਡੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਪ੍ਰਭੂ ਜੀ ਮੌਜੂਦ ਹੋ ਜਾਓ। ਸਾਡੇ ਹਰ ਕੰਮ ਦੇ ਵਿੱਚ ਪ੍ਰਭੂ ਜੀ ਤੂੰ ਸਾਥ ਦਿਓ। ਸਾਡੇ ਪਰਿਵਾਰ ਦੇ ਵਿੱਚ, ਘਰ ਵਿੱਚ ਜੋ ਵੀ ਕਲੇਸ਼, ਤਕਲੀਫ, ਸਭ ਕੁਝ ਹੈ, ਉਹ ਸਭ ਤੇਰੇ ਚਰਨਾਂ ਦੇ ਵਿੱਚ ਸੌਂਪ ਲਿਆ। ਪ੍ਰਭੂ ਜੀ ਇਸੇ ਘੜੀ ਤੇਰੀ ਮੌਜੂਦਗੀ ਸਾਨੂੰ ਪ੍ਰਦਾਨ ਕਰ, ਤੇ ਬਿਮਾਰੀਆਂ ਵਿੱਚੋਂ ਛੁਟਕਾਰਾ ਪ੍ਰਦਾਨ ਕਰ, ਪਰੇਸ਼ਾਨੀ ਨੂੰ ਦੂਰ ਕਰਨ ਦਿਓ। ਹਰ ਕਿਸਮ ਦੀ ਬੁਰਾਈ ਦੀ ਤਾਕਤ ਨੂੰ ਪ੍ਰਭੂ ਜੀ ਦੂਰ ਕਰ। ਇਸੇ ਘੜੀ ਤੇਰੇ ਪਵਿੱਤਰ ਲਹੂ ਸਾਡੇ ਉੱਤੇ ਮੋਹਰ ਲਗਾਏ, ਉਸ ਪਵਿੱਤਰ ਲਹੂ ਦੇ ਨਾਲ ਸਾਨੂੰ ਸੰਭਾਲ। ਅਸੀਂ ਇਹ ਮੰਗਦੇ ਹਾਂ ਪਿਆਰੇ ਯੀਸ਼ੂ ਤੇਰੇ ਪਵਿੱਤਰ ਨਾਮ ਦੇ ਵਿੱਚ, ਆਮੀਨ। ਪੂਰੀ ਕੁਦਰਤ ਵਾਲੇ ਖੁਦਾ, ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਆਸ਼ੀਰਵਾਦ ਦੇਵੇ, ਆਮੀਨ।
जय यीशु की।